Hello students, welcome to BA first semester history class। ਸਾਡਾ ਕੁਐਸਚਨ ਚੱਲ ਰਿਹਾ ਸੀ ਮਹਾਤਮਾ ਬੁੱਧ ਦੇ ਜੀਵਨ ਅਤੇ ਉਹਨਾਂ ਦੀਆਂ ਸਿੱਖਿਆਵਾਂ ਜਾਂ ਉਪਦੇਸ਼ਾਂ ਦਾ ਵਰਣਨ ਕਰੋ। ਪਿਛਲੀ ਕਲਾਸਾਂ ਵਿੱਚ ਅਸੀਂ ਦੇਖਿਆ ਕਿ ਬੌਧ ਧਰਮ 6ਵੀਂ ਸਦੀ ਈਸਾ ਪੂਰਵ ਦੇ ਵਿੱਚ ਸ਼ੁਰੂ ਹੋਣ ਵਾਲਾ ਇੱਕ ਮਹੱਤਵਪੂਰਨ ਧਰਮ ਸੀ। ਇਸ ਦੇ ਨਾਲ ਹੀ ਅਸੀਂ ਮਹਾਤਮਾ ਬੁੱਧ ਦੇ ਜੀਵਨ ਦੀ ਚਰਚਾ ਕੀਤੀ, ਜਿਸ ਵਿੱਚ ਉਹਨਾਂ ਦਾ ਜਨਮ, ਮਾਤਾ ਪਿਤਾ, ਪਤਨੀ, ਪੁੱਤਰ, ਘਰ ਨੂੰ ਛੱਡਣਾ, ਤਪੱਸਿਆ ਆਦਿ ਕਰਨੀ, ਫਿਰ ਗਿਆਨ ਦੀ ਪ੍ਰਾਪਤੀ ਅਤੇ ਗਿਆਨ ਦਾ ਪ੍ਰਚਾਰ ਪ੍ਰਸਾਰ, ਫਿਰ ਉਹਨਾਂ ਦਾ ਨਿਰਵਾਣ ਜਾਂ ਉਹਨਾਂ ਦੀ ਮੌਤ ਹੋ ਜਾਣੀ, ਇਹਨਾਂ ਗੱਲਾਂ ਦੀ ਚਰਚਾ ਕੀਤੀ। ਫਿਰ ਅਸੀਂ ਉਹਨਾਂ ਦੀ ਸਿੱਖਿਆਵਾਂ ਦੀ ਚਰਚਾ ਵੀ ਪਿਛਲੀ ਕਲਾਸਾਂ ਵਿੱਚ ਕੀਤੀ, ਜਿਸ ਵਿੱਚ 4 ਮਹਾਨ ਸੱਚਾਈਆਂ, ਅਸ਼ਟ ਮਾਰਗ ਅਤੇ ਕਰਮ ਸਿਧਾਂਤ ਵਿੱਚ ਵਿਸ਼ਵਾਸ ਦੀ ਗੱਲਬਾਤ ਅਸੀਂ ਪਿਛਲੀ ਵੀਡੀਓ ਵਿੱਚ ਕਰ ਚੁੱਕੇ ਹਾਂ। ਅੱਜ ਦੀ ਕਲਾਸ ਵਿੱਚ ਅਸੀਂ ਮਹਾਤਮਾ ਬੁੱਧ ਦੀ ਸਿੱਖਿਆਵਾਂ ਨੂੰ ਅੱਗੇ ਜਾਰੀ ਰੱਖਾਂਗੇ ਅਤੇ ਅੱਜ ਅਸੀਂ ਉਹਨਾਂ ਦੀ ਪੁਨਰ ਜਨਮ ਸੰਬੰਧੀ ਸਿੱਖਿਆ ਤੋਂ ਸ਼ੁਰੂ ਕਰਾਂਗੇ। ਸ਼ੁਰੂ ਕਰਦੇ ਹਾਂ ਪੁਨਰ ਜਨਮ ਯਾਨੀ ਰੀਬਰਥ। ਮਹਾਤਮਾ ਬੁੱਧ ਪੁਨਰ ਜਨਮ ਵਿੱਚ ਵਿਸ਼ਵਾਸ ਰੱਖਦੇ ਸਨ। ਉਹਨਾਂ ਦਾ ਕਥਨ ਸੀ ਕਿ ਮਨੁੱਖ ਆਪਣੇ ਕਰਮਾਂ ਦੇ ਕਾਰਨ ਦੁਬਾਰਾ ਜਨਮ ਲੈਂਦਾ ਰਹਿੰਦਾ ਹੈ। ਪੁਨਰ ਜਨਮ ਦਾ ਇਹ ਪ੍ਰਵਾਹ ਉਦੋਂ ਤੱਕ ਨਿਰੰਤਰ ਚੱਲਦਾ ਰਹਿੰਦਾ ਹੈ ਜਦ ਤੱਕ ਕਿ ਮਨੁੱਖ ਦੀ ਤ੍ਰਿਸ਼ਨਾ ਅਤੇ ਵਾਸਨਾ ਸਮਾਪਤ ਨਹੀਂ ਹੋ ਜਾਂਦੀ। ਜਿਸ ਤਰ੍ਹਾਂ ਤੇਲ ਅਤੇ ਬੱਤੀ ਦੇ ਜਲ ਜਾਣ ਤੋਂ ਵੀ ਜਲ ਜਾਣ 'ਤੇ ਦੀਵਾ ਆਪਣੇ ਆਪ ਸ਼ਾਂਤ ਹੋ ਜਾਂਦਾ ਹੈ, ਉਸੇ ਤਰ੍ਹਾਂ ਵਾਸਨਾ ਦੇ ਅੰਤ ਨਾਲ ਮਨੁੱਖ ਕਰਮ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ਅਤੇ ਉਸ ਨੂੰ ਪਰਮ ਸ਼ਾਂਤੀ ਪ੍ਰਾਪਤ ਹੁੰਦੀ ਹੈ। ਅਗਲਾ ਪੁਆਇੰਟ ਹੈ ਅਹਿੰਸਾ। ਮਹਾਤਮਾ ਬੁੱਧ ਅਹਿੰਸਾ ਵਿੱਚ ਵਿਸ਼ਵਾਸ ਰੱਖਦੇ ਸਨ। ਉਹਨਾਂ ਦਾ ਵਿਚਾਰ ਸੀ ਕਿ ਮਨੁੱਖ ਨੂੰ ਸਾਰੇ ਜੀਵਾਂ ਯਾਨੀ ਮਨੁੱਖਾਂ, ਪਸ਼ੂਆਂ, ਪੰਛੀਆਂ ਅਤੇ ਜੀਵ ਜੰਤੂਆਂ ਨਾਲ ਪ੍ਰੇਮ ਅਤੇ ਸਹਾਨੁਭੂਤੀ ਰੱਖਣੀ ਚਾਹੀਦੀ ਹੈ। ਉਹ ਜੀਵ ਹੱਤਿਆ ਤਾਂ ਦੂਰ, ਉਹਨਾਂ ਨੂੰ ਸਤਾਉਣਾ ਵੀ ਪਾਪ ਸਮਝਦੇ ਸਨ। ਇਸ ਲਈ ਉਹਨਾਂ ਨੇ ਜੀਵ ਹੱਤਿਆ ਕਰਨ ਵਾਲਿਆਂ ਦੇ ਵਿਰੁੱਧ ਪ੍ਰਚਾਰ ਕੀਤਾ ਸੀ। ਅਗਲੀ ਸਿੱਖਿਆ ਨੈਤਿਕਤਾ 'ਤੇ ਜ਼ੋਰ। ਮਹਾਤਮਾ ਬੁੱਧ ਨੈਤਿਕਤਾ 'ਤੇ ਬਹੁਤ ਜ਼ੋਰ ਦਿੰਦੇ ਸਨ। ਉਹਨਾਂ ਦੇ ਵਿਚਾਰ ਨਾਲ ਨੈਤਿਕਤਾ ਤੋਂ ਬਿਨਾਂ ਧਰਮ ਕੇਵਲ ਇੱਕ ਢੋਂਗ ਰਹਿ ਜਾਂਦਾ ਹੈ। ਨੈਤਿਕਤਾ ਦੇ ਮਾਰਗ 'ਤੇ ਚੱਲਣ ਦੇ ਲਈ ਮਹਾਤਮਾ ਬੁੱਧ ਨੇ ਮਨੁੱਖਾਂ ਨੂੰ ਅਨੇਕ ਗੱਲਾਂ ਅਪਣਾਉਣ 'ਤੇ ਜ਼ੋਰ ਦਿੱਤਾ, ਜਿਵੇਂ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ, ਚੋਰੀ ਨਾ ਕਰੋ, ਨਸ਼ੀਲੇ ਪਦਾਰਥਾਂ ਤੋਂ ਦੂਰ ਰਹੋ, ਐਸ਼ੋ ਆਰਾਮ ਦੇ ਜੀਵਨ ਤੋਂ ਦੂਰ ਰਹੋ, ਨਾਚ ਗਾਣੇ ਵਿੱਚ ਰੁਚੀ ਨਾ ਰੱਖੋ, ਧਨ ਤੋਂ ਦੂਰ ਰਹੋ, ਖੁਸ਼ਬੂਦਾਰ ਵਸਤੂਆਂ ਦਾ ਪ੍ਰਯੋਗ ਨਾ ਕਰੋ, ਝੂਠ ਨਾ ਬੋਲੋ, ਕਿਸੇ ਨੂੰ ਕਸ਼ਟ ਨਾ ਪਹੁੰਚਾਓ। ਮਹਾਤਮਾ ਬੁੱਧ ਦੇ ਅਨੁਸਾਰ ਕੋਈ ਵੀ ਚਾਹੇ ਹਜ਼ਾਰਾਂ ਯੁੱਧ ਜਿੱਤ ਲੇ, ਪਰੰਤੂ ਮਹਾਨ ਵਿਜੇਤਾ ਉਹੀ ਹੈ ਜੋ ਖੁਦ 'ਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ। ਆਹ ਗੱਲ ਉਹਨਾਂ ਦੀ ਬੜੀ ਜ਼ਬਰਦਸਤ ਹੈ। ਅਗਲਾ ਪੁਆਇੰਟ ਹੈ ਆਪਸੀ ਭਾਈਚਾਰਾ। ਮਹਾਤਮਾ ਬੁੱਧ ਨੇ ਲੋਕਾਂ ਨੂੰ ਆਪਸੀ ਭਾਈਚਾਰੇ ਦਾ ਉਪਦੇਸ਼ ਦਿੱਤਾ। ਉਹ ਚਾਹੁੰਦੇ ਸਨ ਕਿ ਲੋਕ ਆਪਸੀ ਝਗੜਿਆਂ ਨੂੰ ਛੱਡ ਕੇ ਪ੍ਰੇਮ ਦੇ ਨਾਲ ਰਹਿਣ। ਉਹਨਾਂ ਦਾ ਵਿਚਾਰ ਸੀ ਕਿ ਸੰਸਾਰ ਵਿੱਚ ਘ੍ਰਿਣਾ ਦਾ ਅੰਤ ਜਾਂ ਨਫ਼ਰਤ ਦਾ ਅੰਤ ਪ੍ਰੇਮ ਨਾਲ ਹੀ ਕੀਤਾ ਜਾ ਸਕਦਾ ਹੈ। ਮਹਾਤਮਾ ਬੁੱਧ ਨੇ ਆਪਣੇ ਧਰਮ ਵਿੱਚ ਹਰ ਵਰਨ ਅਤੇ ਜਾਤੀ ਦੇ ਲੋਕਾਂ ਨੂੰ ਸ਼ਾਮਿਲ ਕਰਕੇ
ਸਮਾਜ ਵਿੱਚ ਪ੍ਰਚਲਿਤ ਊਚ ਨੀਚ ਦੀ ਭਾਵਨਾ ਨੂੰ ਦੂਰ ਕੀਤਾ। ਮਹਾਤਮਾ ਬੁੱਧ ਨੇ ਦੁਖੀਆਂ ਅਤੇ ਰੋਗੀ ਵਿਅਕਤੀਆਂ ਦੀ ਆਪਣੇ ਹੱਥੋਂ ਸੇਵਾ ਕਰਕੇ ਲੋਕਾਂ ਦੇ ਸਾਹਮਣੇ ਇੱਕ ਆਦਰਸ਼ ਉਦਾਹਰਣ ਪ੍ਰਸਤੁਤ ਕੀਤਾ ਸੀ। ਅਗਲਾ ਪੁਆਇੰਟ ਹੈ ਹਵਨਾਂ ਅਤੇ ਬਲੀਆਂ ਵਿੱਚ ਅਵਿਸ਼ਵਾਸ। ਉਸ ਸਮੇਂ ਹਿੰਦੂ ਧਰਮ ਵਿੱਚ ਅਨੇਕ ਅੰਧ ਵਿਸ਼ਵਾਸ ਪ੍ਰਚਲਿਤ ਸਨ। ਉਹ ਮੁਕਤੀ ਪ੍ਰਾਪਤ ਕਰਨ ਦੇ ਲਈ ਹਵਨਾਂ ਅਤੇ ਬਲੀਆਂ 'ਤੇ ਬਹੁਤ ਜ਼ੋਰ ਦਿੰਦੇ ਸਨ। ਮਹਾਤਮਾ ਬੁੱਧ ਨੇ ਇਹਨਾਂ ਅੰਧ ਵਿਸ਼ਵਾਸਾਂ ਨੂੰ ਢੰਗ ਦੱਸਿਆ। ਉਹਨਾਂ ਦਾ ਕਹਿਣਾ ਸੀ ਕਿ ਹਵਨਾਂ ਦੇ ਨਾਲ ਕਿਸੇ ਵਿਅਕਤੀ ਦੇ ਕਰਮਾਂ ਨੂੰ ਨਹੀਂ ਬਦਲਿਆ ਜਾ ਸਕਦਾ ਅਤੇ ਬਲੀਆਂ ਦੇਣ ਨਾਲ ਮਨੁੱਖ ਆਪਣੇ ਪਾਪਾਂ ਤੋਂ ਛੁਟਕਾਰਾ ਨਹੀਂ ਪਾ ਸਕਦਾ, ਬਲਕਿ ਉਹ ਆਪਣੇ ਪਾਪਾਂ ਦੇ ਵਿੱਚ ਹੋਰ ਵਾਧਾ ਕਰ ਲੈਂਦਾ ਹੈ ਅਤੇ ਇਹਨਾਂ ਦੇ ਨਾਲ ਕਿਸੇ ਦੇਵੀ ਦੇਵਤਾ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ। ਅਗਲਾ ਪੁਆਇੰਟ ਸੀ ਵੇਦਾਂ ਅਤੇ ਸੰਸਕ੍ਰਿਤ ਭਾਸ਼ਾ ਵਿੱਚ ਅਵਿਸ਼ਵਾਸ। ਮਹਾਤਮਾ ਬੁੱਧ ਨੇ ਵੇਦਾਂ ਦੀ ਪਵਿੱਤਰਤਾ ਨੂੰ ਸਵੀਕਾਰ ਨਹੀਂ ਕੀਤਾ। ਉਹਨਾਂ ਨੇ ਇਸ ਗੱਲ ਦਾ ਵੀ ਖੰਡਨ ਕੀਤਾ ਕਿ ਧਰਮ ਗ੍ਰੰਥਾਂ ਨੂੰ ਕੇਵਲ ਸੰਸਕ੍ਰਿਤ ਭਾਸ਼ਾ ਵਿੱਚ ਹੀ ਪੜ੍ਹਨ ਨਾਲ ਫਲ ਦੀ ਪ੍ਰਾਪਤੀ ਹੁੰਦੀ ਹੈ। ਉਹਨਾਂ ਨੇ ਆਪਣੇ ਗਿਆਨ ਦਾ ਪ੍ਰਚਾਰ ਆਮ ਲੋਕਾਂ ਦੀ ਭਾਸ਼ਾ ਪਾਲੀ ਵਿੱਚ ਕੀਤਾ ਸੀ। ਅਗਲਾ ਉਪਦੇਸ਼ ਹੈ ਜਾਤੀ ਪ੍ਰਥਾ ਵਿੱਚ ਅਵਿਸ਼ਵਾਸ। ਮਹਾਤਮਾ ਬੁੱਧ ਨੇ ਹਿੰਦੂ ਸਮਾਜ ਵਿੱਚ ਫੈਲੀ ਜਾਤੀ ਪ੍ਰਥਾ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕੀਤਾ। ਉਹਨਾਂ ਦੇ ਅਨੁਸਾਰ ਮਨੁੱਖ ਆਪਣੇ ਕਰਮਾਂ ਦੇ ਅਨੁਸਾਰ ਛੋਟਾ ਜਾਂ ਵੱਡਾ ਹੋ ਸਕਦਾ ਹੈ, ਨਾ ਕਿ ਜਨਮ ਦੇ ਨਾਲ ਉਹ ਛੋਟਾ ਵੱਡਾ ਹੁੰਦਾ ਹੈ। ਅਤੇ ਮਹਾਤਮਾ ਬੁੱਧ ਨੇ ਆਪਣੇ ਧਰਮ ਵਿੱਚ ਹਰ ਜਾਤੀ ਦੇ ਲੋਕਾਂ ਨੂੰ ਸ਼ਾਮਿਲ ਕੀਤਾ। ਇਸ ਤਰ੍ਹਾਂ ਮਹਾਤਮਾ ਬੁੱਧ ਦਾ ਜਾਤੀ ਪ੍ਰਥਾ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਸੀ। ਅਗਲਾ ਪੁਆਇੰਟ ਹੈ ਤਪੱਸਿਆ ਵਿੱਚ ਅਵਿਸ਼ਵਾਸ। ਮਹਾਤਮਾ ਬੁੱਧ ਦਾ ਕਠੋਰ ਤਪੱਸਿਆ ਵਿੱਚ ਵੀ ਵਿਸ਼ਵਾਸ ਨਹੀਂ ਸੀ। ਉਹਨਾਂ ਦੇ ਅਨੁਸਾਰ ਵਿਅਰਥ ਹੀ ਭੁੱਖਾ ਪਿਆਸਾ ਰਹਿ ਕੇ ਸਰੀਰ ਨੂੰ ਕਸ਼ਟ ਦੇਣ ਨਾਲ ਕੋਈ ਲਾਭ ਨਹੀਂ ਹੁੰਦਾ। ਉਹਨਾਂ ਨੇ ਖੁਦ ਵੀ 6 ਸਾਲ ਤੱਕ ਤਪੱਸਿਆ ਦਾ ਜੀਵਨ ਬਤੀਤ ਕੀਤਾ ਸੀ, ਪਰੰਤੂ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਨਹੀਂ ਹੋਈ ਸੀ। ਉਹ ਸਮਝਦੇ ਸਨ ਕਿ ਗ੍ਰਸਥ ਜੀਵਨ ਬਤੀਤ ਕਰਦੇ ਹੋਏ ਅਸ਼ਟ ਮਾਰਗ 'ਤੇ ਚੱਲਦੇ ਹੋਏ ਕੋਈ ਵੀ ਵਿਅਕਤੀ ਨਿਰਵਾਣ ਨੂੰ ਪ੍ਰਾਪਤ ਕਰ ਸਕਦਾ ਹੈ। ਨਿਰਵਾਣ ਯਾਨੀ ਸ਼ਾਂਤੀ ਜਾਂ ਮੁਕਤੀ। ਮਹਾਤਮਾ ਬੁੱਧ ਦੀ ਅਗਲੀ ਸਿੱਖਿਆ ਹੈ ਈਸ਼ਵਰ ਦੀ ਹੋਂਦ ਵਿੱਚ ਅਵਿਸ਼ਵਾਸ। ਮਹਾਤਮਾ ਬੁੱਧ ਦਾ ਈਸ਼ਵਰ ਦੇ ਅਸਤਿਤਵ ਅਤੇ ਉਸ ਦੀ ਸੱਤਾ ਵਿੱਚ ਵਿਸ਼ਵਾਸ ਨਹੀਂ ਸੀ। ਉਹਨਾਂ ਦਾ ਕਹਿਣਾ ਸੀ ਕਿ ਇਸ ਸੰਸਾਰ ਦੀ ਰਚਨਾ ਈਸ਼ਵਰ ਜਿਹੋ ਜਿਹੀ ਕਿਸੇ ਸ਼ਕਤੀ ਦੇ ਦੁਆਰਾ ਨਹੀਂ ਕੀਤੀ ਗਈ ਹੈ, ਪਰੰਤੂ ਉਹ ਇਹ ਜ਼ਰੂਰ ਮੰਨਦੇ ਸਨ ਕਿ ਸੰਸਾਰ ਦੇ ਸੰਚਾਲਨ ਵਿੱਚ ਕੋਈ ਸ਼ਕਤੀ ਜ਼ਰੂਰ ਕੰਮ ਕਰਦੀ ਹੈ। ਐਸੇ ਸ਼ਕਤੀ ਨੂੰ ਉਹਨਾਂ ਨੇ ਧਰਮ ਦਾ ਨਾਂ ਦਿੱਤਾ। ਵਾਸਤਵ ਵਿੱਚ ਮਹਾਤਮਾ ਬੁੱਧ ਈਸ਼ਵਰ ਸੰਬੰਧੀ ਕਿਸੇ ਵਾਦ ਵਿਵਾਦ ਵਿੱਚ ਨਹੀਂ ਪੈਣਾ ਚਾਹੁੰਦੇ ਸਨ। ਉਹਨਾਂ ਦਾ ਮੰਨਣਾ ਸੀ ਕਿ ਜਿਨ੍ਹਾਂ ਵਿਸ਼ਿਆਂ ਦੇ ਸਮਾਧਾਨ ਦੇ ਲਈ ਪੂਰੇ ਪ੍ਰਮਾਣ ਜਾਂ ਸਬੂਤ ਨਾ ਹੋਣ, ਉਹਨਾਂ ਦੇ ਸਮਾਧਾਨ ਦੀ ਚੇਸ਼ਟਾ ਕਰਨਾ ਵਿਅਰਥ ਹੁੰਦਾ ਹੈ। ਅਗਲੀ ਸਿੱਖਿਆ ਜਾਂ ਅਗਲਾ ਪੁਆਇੰਟ ਹੈ ਨਿਰਵਾਣ। ਮਹਾਤਮਾ ਬੁੱਧ ਦੇ ਅਨੁਸਾਰ ਮਨੁੱਖ ਦੇ ਜੀਵਨ ਦਾ ਸਰਵੋੱਚ ਉਦੇਸ਼ ਨਿਰਵਾਣ ਪ੍ਰਾਪਤ ਕਰਨਾ ਹੈ। ਨਿਰਵਾਣ ਦੇ ਕਾਰਨ ਮਨੁੱਖ ਨੂੰ ਸੁੱਖ, ਆਨੰਦ ਅਤੇ ਸ਼ਾਂਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਉਸ ਨੂੰ ਆਵਾਗਮਨ ਦੇ ਚੱਕਰ ਤੋਂ ਹਮੇਸ਼ਾ ਦੇ ਲਈ ਮੁਕਤੀ ਮਿਲ ਜਾਂਦੀ ਹੈ। ਇਹ ਸਾਰੇ ਦੁੱਖਾਂ ਦਾ ਅੰਤ ਹੈ। ਅਸਲ ਵਿੱਚ ਨਿਰਵਾਣ ਉਹ ਅਵਸਥਾ ਹੈ ਜਿਸ ਦਾ ਸ਼ਬਦਾਂ ਵਿੱਚ ਵਰਣਨ ਨਹੀਂ ਕੀਤਾ ਜਾ ਸਕਦਾ। ਜੋ ਇਸ ਸੱਚਾਈ ਦਾ ਅਨੁਭਵ ਕਰਦੇ ਹਨ
ਉਹ ਇਸ ਸੰਬੰਧ ਵਿੱਚ ਗੱਲ ਨਹੀਂ ਕਰਦੇ ਹਨ ਅਤੇ ਜੋ ਇਸ ਸੰਬੰਧ ਵਿੱਚ ਗੱਲ ਕਰਦੇ ਹਨ ਉਹਨਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੁੰਦੀ। ਮਹਾਤਮਾ ਬੁੱਧ ਦੇ ਅਨੁਸਾਰ ਅਸ਼ਟ ਮਾਰਗ 'ਤੇ ਚੱਲ ਕੇ ਕੋਈ ਵੀ ਵਿਅਕਤੀ ਨਿਰਵਾਣ ਪ੍ਰਾਪਤ ਕਰ ਸਕਦਾ ਹੈ। ਹੋਰ ਧਰਮਾਂ ਵਿੱਚ ਜਿੱਥੇ ਨਿਰਵਾਣ ਜਾਂ ਮੁਕਤੀ ਮੌਤ ਤੋਂ ਬਾਅਦ ਪ੍ਰਾਪਤ ਹੁੰਦੀ ਹੈ, ਉੱਥੇ ਹੀ ਬੌਧ ਧਰਮ ਦੇ ਵਿੱਚ ਨਿਰਵਾਣ ਜਾਂ ਮੁਕਤੀ ਦੀ ਪ੍ਰਾਪਤੀ ਐਸੇ ਜੀਵਨ ਵਿੱਚ ਸੰਭਵ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮਹਾਤਮਾ ਬੁੱਧ ਦੀ ਸਿੱਖਿਆਵਾਂ ਨੇ ਹਨੇਰੇ ਵਿੱਚ ਭਟਕ ਰਹੀ ਮਾਨਵਤਾ ਦੇ ਲਈ ਇੱਕ ਰੋਸ਼ਨੀ ਵਾਲੇ ਸਤੰਭ ਦਾ ਕੰਮ ਕੀਤਾ। ਅੰਤ ਵਿੱਚ ਅਸੀਂ ਪ੍ਰਸਿੱਧ ਇਤਿਹਾਸਕਾਰ ਡਾਕਟਰ ਜਿਨਾਨੰਦਾ ਦੇ ਇਹਨਾਂ ਸ਼ਬਦਾਂ ਤੋਂ ਸਹਿਮਤ ਹਾਂ ਕਿ ਵਾਸਤਵ ਵਿੱਚ ਮਹਾਤਮਾ ਬੁੱਧ ਦੀ ਸਿੱਖਿਆਵਾਂ ਇੱਕ ਪਾਸੇ ਪ੍ਰੇਮ ਅਤੇ ਦੂਜੇ ਪਾਸੇ ਤਰਕ 'ਤੇ ਆਧਾਰਿਤ ਸਨ। ਇਹਨਾਂ ਸਿੱਖਿਆਵਾਂ 'ਤੇ ਚੱਲ ਕੇ ਹੀ ਮਨੁੱਖ ਦੇ ਜੀਵਨ ਵਿੱਚ ਦੁੱਖਾਂ ਦਾ ਅੰਤ ਹੁੰਦਾ ਹੈ ਅਤੇ ਉਹ ਸ਼ਾਂਤੀ, ਸੁੱਖ ਅਤੇ ਆਨੰਦ ਨੂੰ ਪ੍ਰਾਪਤ ਕਰ ਸਕਦਾ ਹੈ। ਸਟੂਡੈਂਟਸ, ਅੱਜ ਦੀ ਕਲਾਸ ਵਿੱਚ ਇੰਨਾ ਹੀ। ਅੱਜ ਇਸ ਕੁਐਸਚਨ ਨੂੰ ਅਸੀਂ ਪੂਰਾ ਕਰ ਦਿੱਤਾ ਹੈ। ਮੈਂ ਪਿਛਲੀ ਕਲਾਸ ਵਿੱਚ ਵੀ ਦੱਸਿਆ ਸੀ ਕਿ ਇਹ ਕੁਐਸਚਨ ਪਿਛਲੇ ਸਾਲ 18 ਨੰਬਰ ਦਾ ਪੁੱਛਿਆ ਗਿਆ ਹੈ। ਇਸ ਵਾਰ ਜ਼ਿਆਦਾ ਸੰਭਾਵਨਾ ਹੈ ਕਿ ਇਸ ਪ੍ਰਸ਼ਨ ਦੇ ਵਿੱਚੋਂ ਛੋਟੇ ਪ੍ਰਸ਼ਨ ਹੀ ਪੁੱਛੇ ਜਾਣ, ਪਰੰਤੂ ਫਿਰ ਵੀ ਜੇਕਰ ਇਹ ਕੁਐਸਚਨ ਰਿਪੀਟ ਹੁੰਦਾ ਹੈ ਤਾਂ ਅਸੀਂ ਇਸ ਕੁਐਸਚਨ ਨੂੰ ਪੂਰਾ ਡਿਟੇਲ ਦੇ ਵਿੱਚ ਕੀਤਾ ਹੈ ਤਾਂ ਕਿ ਜੇਕਰ ਕੁਐਸਚਨ ਰਿਪੀਟ ਹੋਵੇ ਤੇ ਅਸੀਂ ਇਸ ਦਾ ਉੱਤਰ ਲਿਖ ਸਕੀਏ। ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਕਿ ਪ੍ਰਸ਼ਨ ਦੇ ਉੱਤਰ ਦੇ ਵਿੱਚ ਬੜੀ ਹੀ ਸਰਲ ਅਤੇ ਸਹਿਜ ਅਤੇ ਆਸਾਨੀ ਨਾਲ ਯਾਦ ਹੋਣ ਵਾਲੀ ਗੱਲਾਂ ਹਨ। ਉਹੀ ਗੱਲਾਂ ਇਸ ਪ੍ਰਸ਼ਨ ਦੇ ਉੱਤਰ ਦੀ ਸਿੱਖਿਆਵਾਂ ਦੇ ਪੁਆਇੰਟ ਵਿੱਚ ਸ਼ਾਮਿਲ ਹਨ, ਜਿਨ੍ਹਾਂ ਦੀ ਚਰਚਾ ਅਸੀਂ ਆਪਣੇ ਆਸ ਪੜੋਸ, ਆਪਣੇ ਪਰਿਵਾਰ, ਸਕੂਲ, ਕਾਲਜ ਜਾਂ ਆਪਣੇ ਦੋਸਤਾਂ ਆਦਿ ਦੇ ਵਿੱਚ ਉਹਦੀ ਚਰਚਾ ਕਰਦੇ ਰਹਿੰਦੇ ਹਾਂ। ਬਿਲਕੁਲ ਸੌਖੀਆਂ ਗੱਲਾਂ ਹਨ। ਇਸ ਲਈ ਮੈਂ ਉਮੀਦ ਕਰਦਾ ਕਿ ਤੁਸੀਂ ਨੋਟਸ ਵੀ ਬਣਾਏ ਹੋਣਗੇ ਅਤੇ ਇਹਨਾਂ ਨੂੰ ਬਹੁਤ ਛੇਤੀ ਵੀ ਯਾਦ ਵੀ ਕਰ ਲਓਗੇ। ਅੱਜ ਦੀ ਕਲਾਸ ਵਿੱਚ ਇੰਨਾ ਹੀ। ਅਗਲੀ ਕਲਾਸ ਵਿੱਚ ਨਵੇਂ ਪ੍ਰਸ਼ਨ ਦੇ ਨਾਲ ਦੁਬਾਰਾ ਫਿਰ ਮਿਲਦੇ ਹਾਂ। ਉਦੋਂ ਤੱਕ ਦੇ ਲਈ ਬਹੁਤ ਬਹੁਤ ਧੰਨਵਾਦ।